ਜਿੱਥੇ ਸਾਡੇ ਉੱਥੇ ਦੇ ਜਿਹੜੇ ਬੱਚੇ ਨੇ ਉਹ ਤੰਤੀ ਸਾਜ਼ਾਂ ਵੱਲ ਅਟਰੈਕਟ ਹੋ ਰਹੇ ਨੇ। ਤੰਤੀ ਸਾਜ਼ਾਂ ਦੀ ਸ਼ੇਪ ਨੂੰ ਵੇਖ ਕੇ, ਤੰਤੀ ਸਾਜ਼ਾਂ ਦੀ ਟੋਨ ਨੂੰ ਵੇਖ ਕੇ ਉੱਥੇ ਜਿਹੜੇ ਵੈਸਟ ਵਰਲਡ ਦੇ ਵਿੱਚ ਜਿਹੜੇ ਉਹ ਲੋਕ ਨੇ ਉਹ ਵੀ ਸਾਡੇ ਇੰਸਟਰੂਮੈਂਟਸ ਤੋਂ ਬਹੁਤ ਪ੍ਰਭਾਵਿਤ ਨੇ, ਕਿਉਂਕਿ ਸਿੱਖਾਂ ਦੇ ਜਿਹੜੇ ਮੀਰੀ ਗੁਣ ਨੇ, ਸਿੱਖਾਂ ਦੀ ਫਿਲਾਸਫੀ, ਸਿੱਖਾਂ ਦੀ ਬਾਣੀ ਔਰ ਸਿੱਖਾਂ ਦੀਆਂ ਸੇਵਾਵਾਂ, ਇਹ ਸਾਰੇ ਵਰਲਡ ਓਵਰ ਹੁਣ ਇਸ ਵੇਲੇ ਹਾਈਲਾਈਟ ਹੋ ਰਹੀਆਂ ਨੇ। ਉਸੇ ਤਰ੍ਹਾਂ ਹੀ ਸਿੱਖ ਕਲਾਵਾਂ ਦੇ ਖੇਤਰ ਵਿੱਚ ਵੀ ਸਾਡਾ ਇੱਕ ਆਪਣਾ ਯੋਗਦਾਨ ਹੈ। ਮੇਰੇ ਮਨ ਵਿੱਚ ਆਇਆ ਕਿ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਤਾਂ ਕਿੰਨੇ ਹੀ ਵਜਾਉਣ ਵਾਲੇ ਨੇ, ਕਿੰਨੇ ਹੀ ਵਾਦਨ ਕਰਨ ਵਾਲੇ ਨੇ, ਤਾਂ ਕਿਉਂ ਨਾ ਅਸੀਂ ਵੀ ਸਾਰੀ ਦੁਨੀਆ ਤੱਕ ਉਸ ਦੇ ਜਿਹੜੇ ਰਾਗ ਨੇ, ਜੋ ਗੁਰੂ ਨਾਨਕ ਪਾਤਸ਼ਾਹ ਦੇ ਰਾਗ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ, ਉਹ ਸਾਰੀ ਦੁਨੀਆ ਵਿੱਚ ਸਾਡੀਆਂ ਮੈਲੋਡੀਜ਼ ਨੇ। ਸਾਡਾ ਵੱਖਰੀ ਉਹਨਾਂ ਦਾ ਜਿਹੜਾ ਰਾਗਾਤਮਕ ਸਰੂਪ ਵੱਖਰਾ ਹੈ, ਤਾਂ ਉਹ ਕਿਉਂ ਨਹੀਂ ਅਸੀਂ ਪਹੁੰਚਾ ਸਕਦੇ। ਇਕੱਲਾ ਇਹ ਸਿੱਖ ਕਮਿਊਨਿਟੀ ਤੱਕ ਸੀਮਿਤ ਨਹੀਂ ਰਹੇਗਾ, ਬਾਕੀ ਦੂਸਰੇ ਲੋਕ ਵੀ ਨੇ, ਉਹ ਆਪਣੇ ਸੱਭਿਆਚਾਰ ਦਾ ਸੰਗੀਤ ਲੈ ਕੇ ਆਉਂਦੇ, ਪਰ ਅਸੀਂ ਸਿਰਫ ਗਿੱਧੇ ਭੰਗੜੇ ਤੱਕ ਸੀਮਿਤ ਹੋ ਜਾਂਦੇ ਹਾਂ। ਔਰ ਜਿੱਥੇ ਤੱਕ ਰਾਗੀ ਸਿੰਘਾਂ ਦੀ ਗੱਲ ਹੈ, ਤੁਸੀਂ ਰਾਗੀ ਸਿੰਘਾਂ ਨੂੰ ਆਪਾਂ ਸਾਰੇ ਵੜਾਂਬੇ ਤਾਂ ਜ਼ਰੂਰ ਦਿੰਦੇ ਹਾਂ ਕਿ ਉਹ ਰਾਗੀ ਸਿੰਘ ਕਰਦੇ ਨਹੀਂ, ਪਰ ਅਸੀਂ ਇਹੋ ਜਿਹੀਆਂ ਆਪਰਚੁਨਿਟੀਜ਼ ਪੈਦਾ ਹੀ ਨਹੀਂ ਕੀਤੀਆਂ ਕਿ ਰਾਗੀ ਸਿੰਘ ਇਹ ਤੰਤੀ ਸਾਜ਼ ਸਿੱਖ ਸਕਣ। ਸਾਡੇ ਮਿਸ਼ਨਰੀ ਕਾਲਜਸ ਵਿੱਚ ਜਾਂ ਸਾਡੀਆਂ ਹੋਰ ਸੰਸਥਾਵਾਂ ਦੇ ਵਿੱਚ ਐਸੀ ਵਿਵਸਥਾ ਅਸੀਂ ਨਹੀਂ ਕਰ ਸਕੇ, ਔਰ ਜਦੋਂ ਅਸੀਂ ਉਹਨਾਂ ਨੂੰ ਸਿਖਾਇਆ ਹਾਰਮੋਨੀਅਮ, ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਵਿਦਿਆਰਥੀ ਜਦੋਂ ਇਸ ਵੱਲ ਆਕਰਸ਼ਿਤ ਹੋਣਗੇ ਤੇ ਉਹ ਇਸ ਦਾ ਕੀਰਤਨ ਕਰਨਗੇ। ਹੁਣ ਇਹਦੇ ਵਿੱਚ ਇਹ ਹੈ ਕਿ ਇੱਕ ਕਿਸੇ ਸ਼ਬਦ ਨੂੰ ਗਾ ਲੈਣਾ ਤੰਤੀ ਸਾਜ਼ ਨਾਲ ਇਹ ਬੜਾ ਆਸਾਨ ਹੈ, ਪਰ ਪੂਰੀ ਕੀਰਤਨ ਚੌਕੀ ਕਰਨੀ ਔਰ ਉਹ ਵੀ ਬਾਰ-ਬਾਰ ਕਰਨੀ, ਦਰਬਾਰ ਸਾਹਿਬ ਦੇ ਸਥਾਨ ਤੇ ਕਰਨੀ, ਉਹ ਕਾਫੀ ਮਿਹਨਤ ਔਰ ਸਾਧਨਾ ਵਾਲਾ ਕੰਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵਿਸ਼ੇਸ਼ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਇੱਕ ਵਿਸ਼ੇਸ਼ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਜੋ ਰਿਟਾਇਰਮੈਂਟ ਤੋਂ ਬਾਅਦ ਵੀ ਲਗਾਤਾਰ ਗੁਰਮਤਿ ਸੰਗੀਤ ਦੇ ਸੰਦਰਭ ਵਿੱਚ, ਗੁਰਮਤਿ ਸੰਗੀਤ ਦੇ ਹਵਾਲੇ ਨਾਲ ਲਗਾਤਾਰ ਕਾਰਜਸ਼ੀਲ ਨੇ। ਜਦੋਂ ਕਿ ਉਹ ਪਹਿਲਾਂ ਜਦੋਂ ਪੰਜਾਬ ਵਿੱਚ ਰਹਿੰਦੇ ਸੀ, ਉਹ ਨਿਰੰਤਰ ਕਾਰਜਸ਼ੀਲ ਸੀ। ਗੁਰਮਤਿ ਸੰਗੀਤ ਦਾ ਜਿਹੜਾ ਹੈਗਾ ਪੰਜਾਬ ਵਿੱਚ ਰਹਿੰਦੇ ਉਹਨਾਂ ਨੇ ਵਰਲਡ ਵਾਈਡ ਜਿਹੜਾ ਹੈਗਾ ਪ੍ਰਚਾਰ ਪ੍ਰਸਾਰ ਕੀਤਾ। ਹੁਣ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਿਹੜਾ ਹੈ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਮੇਰੀ ਮੁਰਾਦ ਹੈ ਗੁਰਮਤਿ ਸੰਗੀਤ ਆਚਾਰੀਆ ਡਾਕਟਰ ਗੁਰਨਾਮ ਸਿੰਘ ਜੀ ਦੀ। ਆਓ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਕਰਦੇ ਹਾਂ, ਫਿਰ ਅਸੀਂ ਉਹਨਾਂ ਦਾ ਜਿਹੜਾ ਵਿਸ਼ੇਸ਼ ਕਾਰਜ ਹੈ ਜਿਹਦੇ ਬਾਰੇ ਅੱਜ ਅਸੀਂ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਉਹਦੇ ਬਾਰੇ ਗੱਲ ਕਰਾਂਗੇ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਗੁਰਮਤਿ ਸੰਗੀਤ ਜਾਂ ਸਿੱਖ ਮਿਊਜ਼ਿਕ ਦੇ ਸੰਦਰਭ ਵਿੱਚ ਆਪਾਂ ਦੇਖੀਏ। ਤੁਸੀਂ ਐਡਾ ਵੱਡਾ ਕਾਰਜ ਕਰ ਦਿੱਤਾ ਕਿ ਕਰ ਵੀ ਰਹੇ ਹੋ, ਨਿਰੰਤਰ ਵੀ ਤੁਸੀਂ ਕਰ ਰਹੇ ਹੋ ਵੀ ਉਹਨੂੰ ਜੇ ਸ਼ਬਦਾਂ 'ਚ ਲਿਖਣਾ ਹੋਵੇ ਤਾਂ ਉਹ ਸ਼ਬਦ ਨਹੀਂ ਪੂਰੇ ਪੈਣਗੇ। ਅਤੇ ਗੁਰੂ ਸਾਹਿਬ ਨੇ ਤੁਹਾਡੇ 'ਤੇ ਬੜੀ ਬਖਸ਼ਿਸ਼ ਕੀਤੀ ਹੈ, ਤੁਸੀਂ ਇੰਨਾ ਜਿਹੜਾ ਇਹ ਕਾਰਜ ਕਰ ਰਹੇ ਅਤੇ ਹੁਣ ਵੀ ਨਿਰੰਤਰ ਕਰ ਰਹੇ ਹੋ। ਅਤੇ ਹੁਣ ਤੁਸੀਂ ਜਿਹੜਾ ਰਾਗਨਾਥ ਜਰਨੀ ਜਿਹੜੀ ਪੁਸਤਕ ਪਬਲਿਸ਼ ਕਰਵਾਈ ਹੈ, ਇਸ ਪ੍ਰੋਜੈਕਟ ਬਾਰੇ ਇਹ ਜਾਣਨਾ, ਕਿਉਂਕਿ ਇਹ ਇੱਕ ਐਸਾ ਇੱਕ ਮੌਲਿਕ ਕਾਰਜ ਤੁਸੀਂ ਕੀਤਾ ਹੈ ਜਿਹੜੇ ਗੁਰਮਤਿ ਸੰਗੀਤ ਵਿੱਚ ਪਹਿਲਾਂ ਕਦੀ ਨਹੀਂ ਹੋਇਆ, ਅਤੇ ਉਹਦੇ ਬਾਰੇ ਤੁਸੀਂ ਵਿਸਥਾਰ ਨਾਲ ਦੱਸੋ। ਇਹ ਕੀ ਕਾਰਜ ਹੈ, ਕੀ ਇਹ ਬੁੱਕ ਦਾ ਮੋਟਿਵ ਕੀ ਸੀ ਜੀ? ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਦਾ ਔਰ ਗੁਰੂ ਪਾਤਸ਼ਾਹ ਦਾ ਕੋਟਾਨ-ਕੋਟ ਧੰਨਵਾਦ ਕਰਦਾ ਕਿ ਉਹ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਮੇਰੇ ਤੋਂ ਸੇਵਾਵਾਂ ਲੈ ਰਹੇ ਨੇ, ਔਰ ਮੇਰੀਆਂ ਸੇਵਾਵਾਂ ਸਾਰੀਆਂ ਨਿਮਾਣੀਆਂ ਜੀਆਂ ਨੇ, ਔਰ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੀ ਹੈ ਕਿ ਇਸ ਖੇਤਰ ਦੇ ਵਿੱਚ ਮੈਨੂੰ ਕੰਮ ਕਰਨਾ ਨਸੀਬ ਹੋਇਆ, ਔਰ ਮੇਰੀ ਖੁਸ਼ਨਸੀਬੀ ਹੈ। ਬਹੁਤ ਸਾਰਾ ਜਿਹੜਾ ਕਾਰਜ ਹੋਇਆ ਗੁਰੂ ਪਾਤਸ਼ਾਹ ਨੇ ਆਪ ਕਰਵਾਇਆ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਦੇ ਪਲੇਟਫਾਰਮ 'ਤੇ ਹੋਵੇ ਜਾਂ ਥਰੂ ਆਊਟ ਦਾ ਵਰਲਡ, ਜਿੰਨਾ ਅਸੀਂ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਸਕੇ ਹਾਂ। ਮੈਨੂੰ ਬੜੀ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਫਾਊਂਡਰ ਪ੍ਰੋਫੈਸਰ, ਹੈੱਡ ਅਤੇ ਡੀਨ ਵਜੋਂ ਜਦੋਂ ਮੈਂ ਰਿਟਾਇਰ ਹੋਇਆ ਸੀ ਤਾਂ ਮੈਨੂੰ ਬੜਾ ਚਾਅ ਚੜ੍ਹਿਆ ਕਿ ਮੈਂ ਹੁਣ ਹੋਰ ਜ਼ਿਆਦਾ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਕੰਮ ਕਰ ਸਕਾਂਗਾ, ਖਾਸ ਤੌਰ 'ਤੇ ਸ਼ਬਦ ਕੀਰਤਨ ਕਰ ਸਕਾਂਗਾ ਗਲੋਬਲ ਪੱਧਰ ਉੱਤੇ। ਔਰ ਮੈਨੂੰ ਇਸ ਗੱਲ ਦੀ ਵੀ ਬੜੀ ਤਸੱਲੀ ਹੈ ਕਿ ਫਿਰ ਵੱਖ-ਵੱਖ ਜੋ ਪ੍ਰੋਜੈਕਟ ਸਾਡੇ ਕਾਫੀ ਸਮੇਂ ਤੋਂ ਅਧੂਰੇ ਪਏ ਸੀ ਉਹਨਾਂ ਨੂੰ ਵੀ ਸੰਪੂਰਨ ਕਰਨ ਦਾ ਜਿਹੜਾ ਹੈ ਸਬੱਬ ਬਣਿਆ, ਔਰ ਹਰ ਸਾਲ ਹੀ ਲਗਭਗ ਇੱਕ ਪ੍ਰੋਜੈਕਟ ਜਿਹੜਾ ਹੈ ਸਾਡਾ ਆ ਰਿਹਾ। ਪਿਛਲੀ ਵਾਰੀ
ਅਲਾ ਯਾਰ ਖਾਂ ਜੋਗੀ ਹੋਰਾਂ ਦੀ ਜਿਹੜਾ ਸ਼ਹੀਦਾਂ ਨੇ ਵਫਾ ਉਹਨਾਂ ਦੀ ਜੀ ਰਚਨਾ ਹੈ, ਜੀ ਜੀ ਉਹ ਰਚਨਾ ਸਾਡੇ ਲਈ ਬੜੀ ਪ੍ਰਮੁੱਖ ਹੈ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਰਾਂ ਦੇ ਹਵਾਲੇ ਨਾਲ, ਜੀ ਔਰ ਉਸ ਦੇ ਗਾਇਨ ਦਾ ਸਬਬ ਬਣਿਆ। ਜੀ ਜੀ ਔਰ ਕੁਝ ਸਾਲ ਲਾ ਕੇ ਉਸ ਦੀ ਰਿਕਾਰਡਿੰਗ ਕੀਤੀ ਔਰ ਫਿਰ ਉਹ ਰਿਲੀਜ਼ ਕੀਤਾ। ਔਰ ਇਸ ਵਾਰੀ ਪਿਛਲੇ ਅਸੀਂ ਕੰਮ ਪ੍ਰੋਜੈਕਟ ਕਾਫੀ ਦੇਰ ਤੋਂ ਚੱਲ ਰਹੇ ਨੇ। ਜੀ ਅਸੀਂ ਤੰਤੀ ਸਾਜ਼ਾਂ ਦੇ ਪ੍ਰਚਾਰ ਪ੍ਰਸਾਰ ਲਈ, ਤਾਂ ਕਿ ਜਿਹੜੇ ਵੈਸਟ ਵਿੱਚ ਸਾਡੇ ਬੱਚੇ ਨੇ ਜਾਂ ਗਲੋਬਲ ਪੱਧਰ ਉੱਤੇ ਜਿਹੜੇ ਸਾਡੇ ਬੱਚੇ ਵੈਸਟਰਨ ਮਿਊਜ਼ਿਕ ਸਿੱਖ ਰਹੇ ਨੇ, ਜੀ ਸਿਖਾ ਰਹੇ ਨੇ ਸਕੂਲਾਂ ਦੇ ਵਿੱਚ ਜੀ ਉਹਨਾਂ ਦੇ ਟੀਚਰ, ਜੀ ਤਾਂ ਉਹਨਾਂ ਨੂੰ ਅਸੀਂ ਉਹਨਾਂ ਦੇ ਜਿਹੜੇ ਤੰਤੀ ਸਾਜ਼ ਨੇ, ਸਾਡੇ ਤੰਤੀ ਸਾਜ਼ ਜੀ। ਔਰ ਜਿਹੜੇ ਵੈਸਟ ਦੇ ਇੰਸਟਰੂਮੈਂਟਸ ਨੇ, ਉਹਨਾਂ ਦੇ ਉੱਤੇ ਅਸੀਂ 31 ਰਾਗ ਜਿਹੜੇ ਨੇ ਕਿਵੇਂ ਪਲੇ ਕਰ ਸਕਦੇ ਹਾਂ। ਜੀ ਚਾਹੇ ਜਿਹੜੇ ਸਾਡੀ ਸਿੱਖ ਜਨਰੇਸ਼ਨ ਦੇ ਜਿਹੜੇ ਅਗਲੇ ਸਾਡੇ ਬੱਚੇ ਨੇ ਜੀ ਉਹ ਕੀਰਤਨ ਨਾਲ ਜੁੜੇ ਹੋਏ ਨੇ, ਪਰ ਤੰਤੀ ਸਾਜ਼ਾਂ ਨੂੰ ਜਦੋਂ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਤੇ ਇੰਡੀਅਨ ਨੋਟੇਸ਼ਨ ਨਾਲ ਉਹਨਾਂ ਨੂੰ ਸਿਖਾਉਂਦੇ ਹਾਂ। ਔਰ ਅਸੀਂ ਵੇਖਿਆ ਕਿ ਉਹ ਜਿਹੜੇ ਵਿਦਿਆਰਥੀ ਨੇ, ਜੀ ਜਦੋਂ ਉਹਨਾਂ ਨੂੰ ਅਸੀਂ ਵੈਸਟਰਨ ਸਿੰਬਲਸ ਦੇ ਵਿੱਚ ਉਹਨਾਂ ਨੂੰ ਲਿਖ ਕੇ ਦਿੰਦੇ ਆ, ਤਾਂ ਬੜੀ ਛੇਤੀ ਉਹਨਾਂ ਦੀ ਪਿਕਅਪ ਹੁੰਦੀ ਹੈ। ਔਰ ਇਸੇ ਤਰ੍ਹਾਂ ਦਾ ਇੱਕ ਅਨੁਭਵ ਇਹ ਹੋਇਆ ਕਿ ਹਫਸਟਰ ਯੂਨੀਵਰਸਿਟੀ, ਉੱਥੇ ਉਹਨਾਂ ਨੇ ਜਦੋਂ ਮੈਨੂੰ ਬੁਲਾਇਆ ਆਪਣੀ ਸਿੱਖ ਮਿਊਜ਼ਿਕੋਲੋਜੀ ਦੀ ਚੇਅਰ ਦੇ ਉੱਤੇ, ਜੀ ਤਾਂ ਉੱਥੇ ਉਹਨਾਂ ਨੇ ਕੋਈ ਸਟੂਡੈਂਟ ਦਿੱਤੇ ਕਿ ਇਹਨਾਂ ਨੂੰ ਤੁਸੀਂ ਆਪਣੇ ਜਿਹੜੇ ਸਿੱਖ ਰਾਗ ਨੇ ਜਾਂ ਕੀਰਤਨ ਹੈ ਉਹ ਇੰਸਟਰੂਮੈਂਟਲ ਉੱਤੇ ਸਿਖਾਓ। ਜੀ। ਉਹਨਾਂ ਨੂੰ ਆਸਾ ਰਾਗ ਸਿਖਾ ਕੇ ਅਨੁਭਵ ਹੋਇਆ ਕਿ ਉਹ ਬਹੁਤ ਸੁਰੀਲਾ ਉਹਨਾਂ ਨੇ ਵਾਦਨ ਕੀਤਾ, ਬੜੇ ਮਨ ਨਾਲ ਵਾਦਨ ਕੀਤਾ, ਔਰ ਜਿਹੜੀ ਆਸਾ ਰਾਗ ਦੀ ਤਾਸੀਰ ਹੈ ਉਸ ਨੂੰ ਗ੍ਰਹਿਣ ਕੀਤਾ। ਜੀ। ਔਰ ਜਦੋਂ ਉਹਨਾਂ ਨੇ ਵਾਦਨ ਆਸਾ ਰਾਗ ਦਾ ਕੀਤਾ ਤੇ ਮੇਰੇ ਸਨਮੁਖ ਜਿਵੇਂ ਉਹ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਭ ਸੰਭਾਲੇ, ਜੀ ਜੀ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ। ਜੀ ਮੇਰੇ ਮਨ ਵਿੱਚ ਆਇਆ ਕਿ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਤਾਂ ਕਿੰਨੇ ਹੀ ਵਜਾਉਣ ਵਾਲੇ ਨੇ, ਕਿੰਨੇ ਹੀ ਵਾਦਨ ਕਰਨ ਵਾਲੇ ਨੇ, ਜੀ ਤਾਂ ਕਿਉਂ ਨਾ ਅਸੀਂ ਵੀ ਸਾਰੀ ਦੁਨੀਆ ਤੱਕ ਉਸ ਦੇ ਜਿਹੜੇ ਰਾਗ ਨੇ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਰਾਗ ਨੇ, ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ, ਉਹਨਾਂ ਨੂੰ ਸਾਰੀ ਦੁਨੀਆ ਵਿੱਚ ਸਾਡੀਆਂ ਮੈਲੋਡੀਜ਼ ਨੇ, ਜੀ ਸਾਡਾ ਵੱਖਰੀ ਉਹਨਾਂ ਦਾ ਜਿਹੜਾ ਰਾਗਾਤਮਕ ਸਰੂਪ ਵੱਖਰਾ ਹੈ, ਜੀ ਤਾਂ ਉਹ ਕਿਉਂ ਨਹੀਂ ਅਸੀਂ ਪਹੁੰਚਾ ਸਕਦੇ। ਠੀਕ ਹੈ, ਉਹ ਬਾਣੀ ਸਾਡੀ ਨਹੀਂ ਸਮਝਦੇ, ਜੀ ਪਰ ਇਹ ਰਾਗ ਜੋ ਗੁਰੂ ਪਾਤਸ਼ਾਹ ਨੇ ਵਰਤੇ, ਜੀ ਜੀ ਜਿਨ੍ਹਾਂ ਵਿੱਚ ਸ਼ਬਦ ਪਾ ਕੇ ਉਹਨਾਂ ਨੇ ਸਾਨੂੰ ਦਿੱਤਾ, ਸਮੁੱਚੀ ਮਾਨਵਤਾ ਦਾ ਲੁਕਾਈ ਦਾ ਉਧਾਰ ਕੀਤਾ ਉਹਨਾਂ ਨੇ, ਜੀ ਤਾਂ ਉਹ ਜਿਹੜੇ ਰਾਗ ਨੇ ਉਹਨਾਂ ਨੂੰ ਸਾਰੀ ਦੁਨੀਆ ਤੱਕ, ਕੁਲ ਦੁਨੀਆ ਤੱਕ ਪਹੁੰਚਾਈਏ, ਆਪਣੀ ਨੈਕਸਟ ਜਨਰੇਸ਼ਨ ਤੱਕ ਤਾਂ ਪਹੁੰਚਾਈਏ ਹੀ ਪਹੁੰਚਾਈਏ, ਜੀ ਪਰ ਉਹ ਵੀ। ਸੋ ਇਹ ਜਿਹੜਾ ਕਾਰਜ ਕੀਤਾ ਹੈ, ਇਸ ਪ੍ਰੋਜੈਕਟ ਦਾ ਨਾਮ ਹੈ ਰਾਗ ਨਾਦ ਜਰਨੀ, ਜੀ ਇਹਦਾ ਨਾਮ ਰੱਖਿਆ। ਔਰ ਕਿਉਂਕਿ ਇੰਸਟਰੂਮੈਂਟਲ ਦਾ ਪ੍ਰੋਜੈਕਟ ਹੈ, ਵਾਦਨ ਨਾਲ ਸੰਬੰਧਿਤ ਪ੍ਰੋਜੈਕਟ ਹੈ, ਜੀ ਤਾਂ ਇਸ ਵਿੱਚ ਫਿਰ ਮੇਰੇ ਸਹਿਯੋਗੀ ਮੇਰੇ ਵਿਦਿਆਰਥੀ ਵੀ ਨੇ, ਲੀਨਾ ਸਿੰਘ ਸੈਨ ਹੋਜ਼ੇ ਵਿੱਚ ਨੇ, ਔਰ ਲੀਨਾ ਸਿੰਘ ਹੋਰਾਂ ਨੇ ਇੱਕ ਸਿੱਖ ਹੈਰੀਟੇਜ ਸਿੰਫਨੀ ਨਾਮ ਦੀ ਇੱਕ ਸੰਸਥਾ ਜਿਹੜੀ ਬਣਾ ਕੇ ਕੁਝ ਵਿਦਿਆਰਥੀਆਂ 'ਤੇ ਐਕਸਪੈਰੀਮੈਂਟ ਕੀਤਾ, ਔਰ ਉਹਨਾਂ ਨੂੰ ਤੰਤੀ ਸਾਜ਼ ਸਿਖਾਏ, ਔਰ ਵੱਖ-ਵੱਖ ਥਾਵਾਂ 'ਤੇ ਲਿਜਾ ਕੇ ਕਨਸਰਟਸ ਵਿੱਚ, ਆਡੀਟੋਰੀਅਮ ਵਿੱਚ, ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸ਼ਬਦ ਨੇ, ਸ਼ਬਦ ਕੀਰਤਨ ਹੈ, ਜੀ। ਉਹਦੀਆਂ ਧੁਨਾਂ ਦਾ ਇਹ ਵਾਦਨ ਤੰਤੀ ਸਾਜ਼ ਸਰ ਆਪਣੇ ਗੁਰਮਤਿ ਸੰਗੀਤ ਵਾਲੇ ਤੰਤੀ ਗੁਰਮਤਿ ਸੰਗੀਤ ਦੇ ਜੀ, ਗੁਰਮਤਿ ਸੰਗੀਤ ਦੇ ਰਬਾਬ ਸਰੰਦਾ ਤਾਂ ਉਸ ਅੱਛਾ ਜੀ। ਦੇ ਰਬਾਬ, ਕਿਉਂਕਿ ਜਿੱਥੇ ਸਾਡੇ ਉੱਥੇ ਦੇ ਜਿਹੜੇ ਬੱਚੇ ਨੇ ਉਹ ਤੰਤੀ ਸਾਜ਼ਾਂ ਵੱਲ ਅਟਰੈਕਟ ਹੋ ਰਹੇ ਨੇ, ਤੰਤੀ ਸਾਜ਼ਾਂ ਦੀ ਸ਼ੇਪ ਨੂੰ ਵੇਖ ਕੇ, ਤੰਤੀ ਸਾਜ਼ਾਂ ਦੀ ਟੋਨ ਨੂੰ ਵੇਖ ਕੇ। ਜੀ ਉੱਥੇ ਜਿਹੜੇ ਵੈਸਟ ਵਰਲਡ ਦੇ ਵਿੱਚ ਜਿਹੜੇ ਉਹ ਲੋਕ ਨੇ, ਉਹ ਵੀ ਸਾਡੇ ਇੰਸਟਰੂਮੈਂਟਸ ਤੋਂ ਬਹੁਤ ਪ੍ਰਭਾਵਿਤ ਨੇ, ਕਿਉਂਕਿ ਸਿੱਖਾਂ ਦੇ ਜਿਹੜੇ ਮੀਰੀ ਗੁਣ ਨੇ, ਸਿੱਖਾਂ ਦੀ ਫਿਲਾਸਫੀ, ਸਿੱਖਾਂ ਦੀ ਬਾਣੀ, ਜੀ ਔਰ ਸਿੱਖਾਂ ਦੀਆਂ ਸੇਵਾਵਾਂ, ਜੀ ਇਹ ਸਾਰੇ ਵਰਲਡ ਓਵਰ ਹੁਣ ਇਸ ਵੇਲੇ ਹਾਈਲਾਈਟ ਹੋ ਰਹੀਆਂ ਨੇ। ਜੀ ਉਸੇ ਤਰ੍ਹਾਂ ਹੀ ਸਿੱਖ ਕਲਾਵਾਂ ਦੇ ਖੇਤਰ ਵਿੱਚ ਵੀ ਸਾਡਾ ਇੱਕ ਆਪਣਾ ਯੋਗਦਾਨ ਹੈ, ਔਰ ਉਹ ਲੋਕੀ ਇਹ ਸਾਜ਼ ਵੇਖ ਕੇ ਕਿ ਇਹ ਸਿੱਖਾਂ ਦੇ ਇੰਸਟਰੂਮੈਂਟ ਨੇ, ਰਬਾਬ ਹੈ, ਤਾਊਸ ਹੈ, ਦਿਲਰਬਾ ਗੁਰੂ ਘਰਾਂ 'ਚ ਵੱਜਦੇ ਨੇ, ਉਹਨਾਂ ਨੇ ਤਾਂ ਹਾਰਮੋਨੀਅਮ ਨਾਲ ਹੀ ਕੀਰਤਨ ਸੁਣਿਆ। ਜੀ ਔਰ ਜਦੋਂ ਉਹਨਾਂ ਨੂੰ ਇਸ ਯੂਨੀਕ ਗੱਲ ਦਾ ਪਤਾ ਲੱਗਦਾ ਤੇ ਉਹ ਹੋਰ ਉਤਸ਼ਾਹਿਤ ਹੋ ਕੇ ਇਸ ਪਾਸੇ ਨੂੰ ਆਉਂਦੇ ਨੇ, ਸਾਡੇ ਬੱਚੇ ਵੀ ਉਤਸ਼ਾਹਿਤ ਹੋ ਕੇ ਪਰਫਾਰਮ ਕਰਦੇ ਨੇ। ਤਾਂ ਉਹ ਜਿਹੜਾ ਐਕਸਪੈਰੀਮੈਂਟ ਉਹ ਕਰ ਰਹੇ ਸੀ, ਜੀ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਜਿਹੜੇ 31 ਰਾਗਸ ਨੇ, 31 ਰਾਗ ਨੇ ਸਾਡੇ, ਉਹ 31 ਰਾਗਾਂ ਨੂੰ ਅਸੀਂ ਇੱਕ ਜਿਹੜੀ ਹੈ ਇੱਕ ਸੀਕੁਐਂਸ ਦੇ ਵਿੱਚ ਸ੍ਰੀ ਰਾਗ ਤੋਂ ਲੈ ਕੇ ਜੈ ਜੈਵੰਤੀ ਤੱਕ ਇੱਕ ਰਚਨਾ ਦੇ ਤੌਰ ਤੇ ਅਸੀਂ ਇਸ ਨੂੰ ਪਰੋਈਏ। ਜੀ ਔਰ ਸਾਨੂੰ ਕੋਈ 2 ਸਾਲ ਲੱਗ ਗਏ ਉਸ ਰਚਨਾ ਦੇ ਵਿੱਚ ਕੰਮ ਕਰਦੇ ਆ, ਔਰ ਪਹਿਲਾਂ ਸ੍ਰੀ ਰਾਗ ਨੂੰ ਕੰਪੋਜ਼ ਕੀਤਾ, ਫਿਰ ਮਾਝ ਰਾਗ ਨੂੰ, ਔਰ ਮਨ ਵਿੱਚ ਇਹੀ ਸੀ ਕਿ ਜੋ ਸਾਡਾ ਪੁਰਾਤਨ ਕੀਰਤਨ ਹੈ, ਔਰ ਜੋ
ਸ਼ਬਦ ਕੀਰਤਨ ਦਾ ਪ੍ਰਭਾਵ ਹੈ ਜੀ ਸਾਡੇ ਮਨ ਉੱਤੇ, ਮਨ ਮੰਤਕ ਉੱਤੇ, ਉਸ 'ਤੇ ਆਧਾਰਿਤ ਇਹ ਰਚਨਾਵਾਂ ਬਣਾਈਆਂ ਜਾਣ। ਇੱਕ ਵੱਡੀ ਰਚਨਾ ਦੇ ਤੌਰ 'ਤੇ ਇੱਕ ਸੀਕੁਐਂਸ ਦੇ ਵਿੱਚ ਸ੍ਰੀ ਤੋਂ ਜੈ ਜੈਵੰਤੀ ਤੱਕ ਇਸ ਨੂੰ ਅਸੀਂ ਕੰਪੋਜ਼ ਕੀਤਾ, ਔਰ ਫਿਰ ਇਸ ਦਾ ਜਿਹੜਾ ਵਾਦਨ ਹੈ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਬਹੁਤ ਅੱਛੇ ਹੋਣਹਾਰ ਦਿਲਰਬਾ ਵਾਦਕ ਨੇ, ਜੀ ਸੰਗੀਤਕਾਰ ਨੇ, ਰਾਜਵਿੰਦਰ ਸਿੰਘ ਬਹੁਤ ਅੱਛੇ ਸਾਡੇ ਪੰਜਾਬ ਘਰਾਣੇ ਦੇ ਤਬਲਾ ਵਾਦਕ ਨੇ, ਜੀ ਦੋਵੇਂ ਕੈਲੀਫੋਰਨੀਆ ਵਿੱਚ ਇਸ ਵੇਲੇ ਰਹਿ ਰਹੇ ਨੇ। ਜੀ ਜੀ ਤਾਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਰਚਨਾ ਨੂੰ ਅਸੀਂ ਰਿਕਾਰਡ ਕਰਾਇਆ, ਜਿੱਥੇ ਵਿਦਿਆਰਥੀਆਂ ਨੇ ਇਸ ਦੀ ਪਰਫਾਰਮੈਂਸ, ਇਸ ਦੇ ਕੁਝ ਪੋਰਸ਼ਨ ਦੀ ਗੁਰੂ ਘਰ ਵਿੱਚ ਦਿੱਤੀ, ਉਹਨਾਂ ਦੀ ਰਿਕਾਰਡਿੰਗ ਹੋਈ। ਉੱਥੇ ਨਾਲ ਹੀ ਅਸੀਂ ਉਹਨਾਂ ਦੇ ਕੋਲੋਂ ਸਟੂਡੀਓ ਵਿੱਚ ਰਿਕਾਰਡ ਕਰਵਾ ਕੇ ਇਸ ਨੂੰ ਇੱਕ ਰਚਨਾ ਦੇ ਤੌਰ 'ਤੇ QR ਕੋਡ ਲਗਾ ਕੇ ਇਸ ਪੁਸਤਕ ਦੇ ਵਿੱਚ ਅਸੀਂ ਦਿੱਤਾ, ਤਾਂ ਕਿ ਕੋਈ ਵੀ ਇਸ ਨੂੰ ਸਿਖਾ ਸਕੇ। ਸਰ ਇਹਦੇ 'ਚ ਸਾਜ਼ ਕਿਹੜੇ ਕਿਹੜੇ ਜਿਹੜੇ ਹੈਗੇ ਆ ਰਿਕਾਰਡ ਕਰਾਏ ਗਏ, ਅਤੇ ਕਿਹਨਾਂ ਉਹ ਵਜਾਏ? ਤਾਂ ਦੋ ਤਾਂ ਤੁਸੀਂ ਦੱਸਦੇ, ਇੱਕ ਤਾਂ ਗੁਰਪ੍ਰੀਤ ਸਿੰਘ ਜੀ ਅਤੇ ਇੱਕ ਰਾਜਵਿੰਦਰ ਸਿੰਘ ਜੀ। ਜਿਹੜੇ ਬਾਕੀ ਸਾਜ਼ ਨੇ ਉਹ ਬੱਚਿਆਂ ਨੇ ਕੀਤੇ ਨੇ ਜਾਂ ਫਿਰ ਕੋਈ ਸਪੈਸ਼ਲ ਕਿਸ ਨੂੰ ਬੁਲਾ ਕੇ ਤੁਸੀਂ ਕਰਵਾਏ ਨੇ ਜੀ? ਸਾਡੇ ਇਸ ਵਿੱਚ ਇਹ ਪ੍ਰਯੋਜਨ ਹੈ ਕਿ ਰਬਾਬ, ਸਰੰਦਾ, ਤਾਉਸ, ਦਿਲਰਬਾ, ਜਿੰਨੇ ਵੀ ਸਿੱਖ ਸਟ੍ਰਿੰਗ ਇੰਸਟਰੂਮੈਂਟਸ ਨੇ ਉਹਨਾਂ ਉੱਤੇ ਤੁਹਾਨੂੰ ਵਜਵਾਈ ਜਾਵੇ। ਵਿਦਿਆਰਥੀਆਂ ਨੇ ਇਹ ਸਾਰੇ ਸਾਜ਼ ਵੀ ਪਲੇ ਕੀਤੇ ਨੇ, ਔਰ ਇਹਦੇ ਨਾਲ ਅਸੀਂ ਵਿਦਿਆਰਥੀਆਂ ਇੱਕ ਰਚਨਾ ਦੇ ਤੌਰ 'ਤੇ ਅਸੀਂ ਇਸ ਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੇ ਹਾਂ। ਔਰ ਉਹ ਅਸੀਂ ਇਹਨਾਂ ਜਿਹੜੇ ਦੋ ਸੰਗੀਤਕਾਰ ਨੇ ਉਹਨਾਂ ਕੋਲ ਤਬਲਾ ਅਤੇ ਦਿਲਰਬਾ ਦੇ ਉੱਤੇ ਰਿਕਾਰਡ ਕਰਵਾਇਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਇਸੇ 'ਤੇ ਆਧਾਰਿਤ ਥਾਂ 'ਤੇ ਜਾ ਕੇ ਵੱਖ-ਵੱਖ ਆਡੀਟੋਰੀਅਮ, ਵੱਖ-ਵੱਖ ਜਿਹੜੀਆਂ ਕਨਸਰਟਸ ਨੇ ਜਾਂ ਜਿਹੜੀਆਂ ਮਿਊਜ਼ਿਕ ਦੀਆਂ ਅਕੈਡਮੀਜ਼ ਨੇ, ਗੁਰੂ ਘਰ ਨੇ, ਫੈਸਟੀਵਲਸ ਨੇ, ਉਹਨਾਂ ਵਿੱਚ ਜਾ ਕੇ ਜਿਹੜੇ ਸਾਡੇ ਵਿਦਿਆਰਥੀ ਨੇ, ਸਿੱਖਿਆਰਥੀ ਨੇ, ਉਹ ਇਸ ਦਾ ਵਾਦਨ ਕਰਨਗੇ, ਔਰ ਅਸੀਂ ਸਾਰੇ ਸ਼ੋਕੇਸ ਕਰਾਂਗੇ ਆਪਣੇ ਸਾਜ਼ਾਂ ਨੂੰ ਵੀ, ਔਰ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਵੀ ਅਸੀਂ ਸਾਰੀ ਦੁਨੀਆ ਨੂੰ ਸੁਣਾਵਾਂਗੇ। ਇਕੱਲਾ ਇਹ ਸਿੱਖ ਕਮਿਊਨਿਟੀ ਤੱਕ ਸੀਮਿਤ ਨਹੀਂ ਰਹੇਗਾ, ਬਾਕੀ ਜਿਹੜੇ ਦੂਸਰੇ ਲੋਕ ਵੀ ਨੇ ਉਹ ਆਪੋ ਆਪਣੇ ਸੱਭਿਆਚਾਰ ਦਾ ਸੰਗੀਤ ਲੈ ਕੇ ਆਉਂਦੇ ਨੇ, ਔਰ ਅਸੀਂ ਸਿਰਫ ਗਿੱਧੇ ਭੰਗੜੇ ਤੱਕ ਹੀ ਸੀਮਤ ਹੋ ਜਾਂਦੇ ਹਾਂ। ਸਾਡੇ ਕੋਲ ਇੱਕ ਬੜਾ ਵੱਡਾ ਇਹ ਆਰਕੈਸਟਰਾ ਹੋਏਗਾ, ਜਿਹਨੂੰ ਅਸੀਂ ਇਹਦਾ ਨਾਮ ਅਸੀਂ ਸਿੱਖ ਸੈਕਰਡ ਸਿੰਫਨੀ ਦੇ ਤੌਰ 'ਤੇ ਅਸੀਂ ਰੱਖਿਆ। ਗੁਰਮਤਿ ਰਾਗਾਂਜਲੀ ਵੀ ਅਸੀਂ ਇਸ ਨੂੰ ਆਖਦੇ ਹਾਂ। ਸਾਰੀ ਰਿਕਾਰਡਿੰਗ ਤੁਸੀਂ ਕਹਿੰਦੇ ਇੱਕ ਵੱਡੀ ਰਚਨਾ ਦੇ ਰੂਪ ਵਿੱਚ ਜਿਹੜੀ 31 ਰਾਗਾਂ ਦੀ ਇਹ ਬਣਾਈ ਹੈ, ਵੱਖ-ਵੱਖ ਸਾਜ਼ ਜਿਹੜੇ ਇਹਦੇ 'ਚ ਤੁਸੀਂ ਕਹਿੰਦੇ ਨੇ, ਰਬਾਬ, ਸਰੰਦਾ। ਜਦੋਂ ਇਹ ਗੱਲ ਕਰਦੇ ਹਾਂ ਅਸੀਂ ਤਾਂ ਇਹ ਸਾਜ਼ ਦੇਖੇ ਆ, ਤੁਹਾਡੇ ਕੋਲ ਰਹਿੰਦੇ ਹਾਂ, ਉਹ ਬੱਚੇ ਉੱਥੇ ਵਜਾ ਰਹੇ ਨੇ, ਕਿੱਡੀ ਖੁਸ਼ੀ ਦੀ ਗੱਲ ਹੈ ਵੀ ਦੇਖੋ ਇਹ ਵੱਡੇ ਰਾਗੀ ਸਿੰਘਾਂ ਨੂੰ ਜਿਨ੍ਹਾਂ ਨੇ ਛੱਡ ਦਿੱਤਾ ਹੋਇਆ, ਰਾਗੀ ਸਿੰਘ ਨਹੀਂ ਵਜਾ ਰਹੇ, ਅਤੇ ਬੱਚੇ ਨੇ ਉਹ ਜਿੱਥੇ ਸਿੱਖੇ ਨੇ ਉੱਥੇ ਰਿਕਾਰਡਿੰਗ ਵੀ ਕਰਾਈ ਹੈ। ਸੋ ਇਹ ਦੋ ਸ਼ਬਦ ਤੁਸੀਂ ਇੱਕ ਵਰਤੇ ਨੇ ਇਹਦੇ 'ਚ, ਇੱਕ ਰਾਗਾਂਜਲੀ, ਇੱਕ ਸਿੰਫਨੀ, ਜਿਹੜਾ ਪਿੱਛੇ ਤੁਸੀਂ ਸ਼ਬਦ ਇਸ ਬੁੱਕ ਦੇ ਵਿੱਚ ਵੀ ਮੈਂ ਪੜ੍ਹਿਆ, ਪਰ ਹੈ ਕੀ ਹੈ ਜੀ ਰਾਗਾਂਜਲੀ? ਰਾਗਾਂਜਲੀ ਦੇ ਰਾਗਾਂ ਦਾ ਸਮੂਹ ਹੋ ਗਿਆ ਨਾ, ਰਾਗਾਂ ਦੀ ਅੰਜਲੀ, ਜਿਹੜਾ ਅੰਜਲੀ ਔਰ ਰਾਗ ਤੋਂ ਮਿਲ ਕੇ ਬਣਿਆ। ਔਰ ਸਿੰਫਨੀ ਇੱਕ ਜਿਹੜੀ ਵੱਡੀ ਰਚਨਾ ਇੱਕ ਸੀਕੁਐਂਸ 'ਚ ਹੁੰਦੀ ਹੈ, ਉਸ ਨੂੰ ਅਸੀਂ ਸਿੰਫਨੀ ਵੈਸਟ ਵਰਲਡ ਵਿੱਚ ਕਿਹਾ ਜਾਂਦਾ। ਤਾਂ ਅਸੀਂ ਸਿੱਖ ਸੇਕਰਡ ਸਿੱਖ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ ਸਾਡੇ, ਪਰ ਅਸੀਂ ਉਸ ਨੂੰ ਨਾਮ ਦਿੱਤੀ ਤਾਂ ਕਿ ਸਿੱਖਾਂ ਦੀ ਇੱਕ ਪਛਾਣ ਜਿਹੜੀ ਹੈ ਉਹ ਬਣੇ ਮਿਊਜ਼ਿਕ ਦੇ ਜ਼ਰੀਏ, ਇਸ ਦੇ ਜ਼ਰੀਏ, 31 ਰਾਗਾਂ ਦੇ ਜ਼ਰੀਏ। ਤਾਂ ਉਸ ਦਾ ਨਾਮ ਫਿਰ ਅਸੀਂ ਇਹ ਸਿੱਖ ਸਿੰਫਨੀ ਦੇ ਤੌਰ 'ਤੇ ਵੀ ਬੱਚੇ ਸਿੱਖ ਸੈਕਰਡ ਸਿੰਫਨੀ, ਉਹ ਇਸ ਤਰ੍ਹਾਂ ਕਿ ਜਿਹੜੇ ਬੱਚੇ ਨੇ ਨਾ, ਉਹ ਜਦੋਂ ਵੈਸਟ ਵਾਲਿਆਂ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਨੇ, ਬਾਤਚੀਤ ਕਰਦੇ ਨੇ, ਤਾਂ ਉਹਨਾਂ ਦੀ ਟਰਮੀਨੋਲੋਜੀ ਉਹਨਾਂ ਨੂੰ ਵਰਤਣੀ ਪੈਂਦੀ ਹੈ ਕਿ ਹੈ ਕੀ ਹੈ, ਇਹਦੇ ਕੀ ਹੋਏਗਾ। ਹੁਣ ਸਾਰਿਆਂ ਨੂੰ ਗੱਲ ਸਮਝਾਉਣ ਦੇ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਦੀ ਲੈਂਗੁਏਜ ਵੀ ਵਰਤੀਏ ਔਰ ਆਪਣਾ ਗੁਰਮਤਿ ਰਾਗਾਂਜਲੀ ਵੀ ਨਾਲ ਰੱਖੀਏ। ਮਕਸਦ ਤੇ ਇਹ ਹੈ ਕਿ ਗੁਰੂ ਦੇ ਸਾਜ਼ ਤੇ ਗੁਰੂ ਦੇ ਰਾਗ ਜਿਹੜੇ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ੇ ਸੀ, ਔਰ ਜਿਵੇਂ ਕਿ ਹੁਣ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਪਿੱਛੇ ਐਲਾਨ ਕਰ ਦਿੱਤਾ ਕਿ ਵੀ ਜਿਹੜੇ ਤੰਤੀ ਸਾਜ਼ ਨੇ, ਗੁਰੂ ਦੇ ਤੰਤੀ ਸਾਜ਼ ਸਾਨੂੰ ਜਿਹੜੇ ਗੁਰੂ ਸਾਹਿਬ ਨੇ ਪ੍ਰਦਾਨ ਕੀਤੇ ਨੇ, ਉਹਨਾਂ ਦੁਆਰਾ ਕੀਰਤਨ ਹੋਣਾ ਚਾਹੀਦਾ। ਦਰਬਾਰ ਸਾਹਿਬ ਤੋਂ ਵੀ ਅਸੀਂ ਉਸ ਨੂੰ ਰਿਵਾਈਵ ਕਰੀਏ, ਬੜਾ ਅੱਛਾ ਐਫਰਟ ਹੈ ਜੀ। ਔਰ ਜਿੱਥੇ ਤੱਕ ਰਾਗੀ ਸਿੰਘਾਂ ਦੀ ਗੱਲ ਹੈ, ਤੁਸੀਂ ਰਾਗੀ ਸਿੰਘਾਂ ਨੂੰ ਆਪਾਂ ਸਾਰੇ ਉਲਾਂਭੇ ਤਾਂ ਜ਼ਰੂਰ ਦਿੰਦੇ ਹਾਂ ਕਿ ਉਹ ਰਾਗੀ ਸਿੰਘ ਕਰਦੇ ਨਹੀਂ, ਪਰ ਅਸੀਂ ਇਹੋ ਜਿਹੀਆਂ ਅਪਰਚੁਨਿਟੀਜ਼ ਪੈਦਾ ਹੀ ਨਹੀਂ ਕੀਤੀਆਂ ਕਿ ਰਾਗੀ ਸਿੰਘ ਇਹ ਤੰਤੀ ਸਾਜ਼ ਸਿੱਖ ਸਕਣ। ਸਾਡੇ ਮਿਸ਼ਨਰੀ ਕਾਲਜਸ ਵਿੱਚ ਜਾਂ ਸਾਡੀਆਂ ਹੋਰ ਸੰਸਥਾਵਾਂ ਦੇ ਵਿੱਚ ਐਸੀ ਵਿਵਸਥਾ ਅਸੀਂ ਨਹੀਂ ਕਰ ਸਕੇ, ਔਰ ਜਦੋਂ ਅਸੀਂ ਉਹਨਾਂ ਨੂੰ ਸਿਖਾਇਆ ਹਾਰਮੋਨੀਅਮ ਹੈ ਬਿਲਕੁਲ, ਤੇ ਹੁਣ ਉਹ ਇੱਕਦਮ ਤੰਤੀ ਸਾਜ਼ਾਂ ਦੇ ਉੱਤੇ ਤਾਂ ਆ ਨਹੀਂ ਸਕਦੇ, ਤਾਂ ਸਾਨੂੰ ਇਹ ਪ੍ਰਬੰਧ ਕਰਨੇ ਹੋਣਗੇ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਨੂੰ ਵੈਲਕਮ ਕੀਤਾ ਔਰ ਕਿਹਾ ਕਿ ਅਸੀਂ 1 ਸਾਲ ਦੇ ਵਿੱਚ ਤੰਤੀ ਸਾਜ਼ ਜਿਹੜੇ ਨੇ ਉਹ ਇੰਟਰੋਡਿਊਸ ਕਰਾਂਗੇ। ਦਿੱਲੀ ਕਮੇਟੀ ਨੇ ਵੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਇਸ ਐਲਾਨ ਨੂੰ ਸਿੰਘ ਸਾਹਿਬ ਦੇ ਨੂੰ
ਜਿਹੜਾ ਹੈ ਬੜਾ ਸਲਾਹਿਆ ਜੀ ਔਰ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਹ ਕਰਾਂਗੇ। ਪਰ ਮੈਨੂੰ ਲੱਗਦਾ ਹੈ ਕਿ ਸਿੰਘ ਸਾਹਿਬ ਨੇ ਬੜੀ ਅੱਛੀ ਭਾਵਨਾ ਦੇ ਨਾਲ ਇਹ ਸਾਰਾ ਕੀਤਾ ਔਰ ਕੋਈ ਵੀ ਕੀਰਤਨੀਆ ਸਿੰਘ ਜਿਹੜਾ ਹੈ ਉਹ ਹਰ ਕੋਈ ਚਾਹੁੰਦਾ ਹੈ ਕਿ ਵੀ ਗੁਰੂ ਦੇ ਸਾਜ਼ ਜਿਹੜੇ ਨੇ ਵਿਕਸਿਤ ਹੋਣ ਔਰ ਮੇਰੇ ਹੱਥ ਵਿੱਚ ਵੀ ਗੁਰੂ ਦਾ ਸਾਜ਼ ਹੋਵੇ, ਮੈਂ ਉਸ ਨਾਲ ਗਾਵਾਂ। ਪਰ ਇਹ ਸਭ ਨੂੰ ਪਤਾ ਹੈ, ਸੰਗੀਤ ਵਾਲਿਆਂ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਸਾਜ਼ ਨੂੰ ਸਿੱਖਣਾ ਸਿਖਾਉਣਾ ਕੋਈ ਆਸਾਨ ਕੰਮ ਨਹੀਂ। ਗਾਇਨ ਔਰ ਗਾਇਨ ਦੇ ਨਾਲ ਉਹ ਸਾਜ਼ ਨੂੰ ਸਿੱਖਣਾ, ਸੁਰੀਲੇ ਢੰਗ ਨਾਲ ਵਜਾਉਣਾ, ਉਸ ਉੱਤੇ ਪੂਰੀ ਤੁਹਾਡਾ ਆਬੂਰ ਹੋਵੇ, ਸਹਿਜ ਰੂਪ 'ਚ ਤੁਸੀਂ ਵਜਾ ਸਕੋ, ਗਾ ਸਕੋ, ਕਾਫੀ ਕਠਿਨ ਕੰਮ ਹੈ। ਸੋ ਇਹ ਜਿਹੜਾ ਕਾਰਜ ਅਸੀਂ ਕੀਤਾ ਇਹ ਇੱਕ ਕਿਸਮ ਦੀ ਉਸੇ ਦੀ ਕੰਟੀਨਿਊਟੀ ਹੈ, ਕਿਉਂਕਿ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਵਿਦਿਆਰਥੀ ਜਦੋਂ ਇਸ ਵੱਲ ਆਕਰਸ਼ਿਤ ਹੋਣਗੇ ਤੇ ਉਹ ਇਸ ਦਾ ਕੀਰਤਨ ਕਰਨਗੇ। ਹੁਣ ਇਹਦੇ ਵਿੱਚ ਇਹ ਹੈ ਕਿ ਇੱਕ ਕਿਸੇ ਸ਼ਬਦ ਨੂੰ ਗਾ ਲੈਣਾ ਤੰਦੀ ਸਾਜ਼ ਨਾਲ ਇਹ ਬੜਾ ਆਸਾਨ ਹੈ, ਪਰ ਪੂਰੀ ਕੀਰਤਨ ਚੌਕੀ ਕਰਨੀ ਔਰ ਉਹ ਵੀ ਬਾਰ-ਬਾਰ ਕਰਨੀ, ਦਰਬਾਰ ਸਾਹਿਬ ਵਰਗੇ ਸਥਾਨ ਤੇ ਕਰਨੀ, ਉਹ ਕਾਫੀ ਮਿਹਨਤ ਔਰ ਸਾਧਨਾ ਵਾਲਾ ਕੰਮ ਹੈ। ਔਰ ਸਾਨੂੰ ਇਹਦੇ ਲਈ ਬਹੁਤ ਸਾਰੀਆਂ ਅਪਰਚੁਨਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਦਾ ਕਰ ਲੈਣੀ ਚਾਹੀਦੀਆਂ ਨੇ। ਸਿਖਲਾਈ ਦਾ ਕੋਈ ਸਿਸਟਮ ਐਸਾ ਬਣਾ ਲੈਣਾ ਚਾਹੀਦਾ ਔਰ ਜਿਹੜੀ ਕੀਰਤਨੀਆਂ ਦੀ ਓਰੀਐਂਟੇਸ਼ਨ ਹੈ ਉਹ ਵੀ ਬਣਾ ਲੈਣੀ ਚਾਹੀਦੀ ਹੈ। ਅਸੀਂ ਉਸੇ ਭਾਵਨਾ ਨੂੰ ਰੱਖ ਕੇ ਕੰਮ ਕੀਤਾ। ਇਹ ਕੀਰਤਨੀ ਸਿੰਘਾਂ ਲਈ ਕੰਮ ਨਹੀਂ, ਇਹ ਤਾਂ ਕੰਮ ਵੈਸਟਵਰਡ ਲਈ ਹੈ, ਪਰ ਇੱਥੇ ਵੀ ਇਹੋ ਜਿਹੀਆਂ ਜਿਹੜੀਆਂ ਅਵਸਰ ਜਿਹੜੇ ਨੇ ਉਹ ਪ੍ਰਦਾਨ ਕੀਤੇ ਜਾ ਸਕਦੇ। ਹਾਂ ਸਰ, ਤੁਸੀਂ ਕਹਿੰਦੇ ਹੋ ਸਾਜ਼ਾਂ ਨੂੰ ਸਿੱਖਣਾ ਬੜਾ ਕਠਿਨ ਹੈ, ਪਰ ਜਦੋਂ ਮੈਂ ਇਹ ਵੀਡੀਓ ਦੇਖ ਰਿਹਾ ਸੀ, ਮੈਂ ਵੀਡੀਓ ਦੇਖੀ, ਉਹ ਬੱਚੇ ਕਿੰਨੇ ਪਿਆਰ ਨਾਲ ਵਜਾ ਰਹੇ ਨੇ, ਉਹ ਬੜੇ ਸਹਿਜ ਨਾਲ ਵਜਾ ਰਹੇ ਨੇ। ਉਹ ਐਂ ਲੱਗਦਾ ਵੀ ਸਾਜ਼ ਹੀ ਬੜੇ ਸੌਖੇ ਨੇ। ਬੜੀ ਉਹਨਾਂ ਦੀ ਕਿੰਨੀ ਉਹਨਾਂ ਨੇ ਤਪੱਸਿਆ ਇੱਕ ਤਰ੍ਹਾਂ ਦੀ ਕੀਤੀ ਹੈ, ਕਿੰਨੀ ਮਿਹਨਤ ਕੀਤੀ ਹੈ, ਕਿੰਨੀ ਪ੍ਰੈਕਟਿਸ ਕੀਤੀ ਹੋਈ ਨੇ, ਤੇ ਉਹ ਹੈ ਛੋਟੀ ਉਮਰ ਉਹਨਾਂ ਦੀਆਂ, ਤੇ ਬੱਚੇ ਬੜੇ ਵਧੀਆ ਉਹ ਪਲੇ ਕਰ ਰਹੇ ਨੇ ਜੀ। ਉਹ ਬੱਚਿਆਂ ਨੂੰ ਬਚਪਨ ਤੋਂ ਹੀ ਜਦੋਂ ਅਸੀਂ ਕਿਸੇ ਨੂੰ ਕੋਈ, ਹੁਣ ਉਹਨਾਂ ਨੇ ਤਾਂ ਟੋਏ ਦੇ ਰੂਪ ਦੇ ਵਿੱਚ ਰਬਾਬ ਲੈ ਲਿਆ, ਹਾਊਸ ਲੈ ਲਿਆ, ਦਿਲਰਬਾ ਲੈ ਲਿਆ ਔਰ ਲਗਨ ਨਾਲ ਸਿੱਖਦੇ ਨੇ, ਓਨੈਸਟ ਨੇ, ਬੜੇ ਇਮਾਨਦਾਰ ਨੇ, ਫਿਰ ਉਹ ਸਮਾਂ ਦਿੰਦੇ ਨੇ ਔਰ ਪੇਰੈਂਟਸ ਬਹੁਤ ਸਮਾਂ ਦਿੰਦੇ ਨੇ, ਦੂਰੋਂ ਆ ਕੇ ਕਿੰਨਾ ਸਫ਼ਰ ਟਰੈਵਲ ਕਰਕੇ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚ। ਐਸੀ ਵਿਵਸਥਾ ਅਸੀਂ ਇੱਥੇ ਵੀ ਕਰ ਸਕਦੇ ਹਾਂ, ਇਹ ਨਹੀਂ ਕਿ ਇੱਥੇ ਨਹੀਂ ਹੋ ਸਕਦੀ, ਪਰ ਇੱਥੇ ਸਾਡੀਆਂ ਸੰਸਥਾਵਾਂ, ਸਾਡੇ ਗੁਰੂ ਘਰ, ਲੋਕਲ ਗੁਰੂ ਘਰ, ਵੱਡੀਆਂ ਸੰਸਥਾਵਾਂ ਉਹ ਸ਼ਬਦ ਕੀਰਤਨ ਕਰਵਾ ਤਾਂ ਰਹੇ ਨੇ, ਪਰ ਇਸ ਪਰੰਪਰਾ ਤੇ ਇਸ ਵਿਰਾਸਤ ਦੀ ਸੰਭਾਲ ਵੱਲ ਸਾਡਾ ਅਜੇ ਧਿਆਨ ਘੱਟ ਹੈ। ਸਰ, ਇਹ ਬੁੱਕ ਜਿਹੜੀ ਹੈਗੀ ਹੈ ਤੁਸੀਂ ਕੱਲ ਆਪਣੇ ਰਿਲੀਜ਼ ਕੀਤੀ ਹੈ, ਆਪਣੇ ਜਥੇਦਾਰ ਜੀ ਨੇ ਇਹਨਾਂ ਨੂੰ ਰਿਲੀਜ਼ ਕੀਤਾ, ਉਹਨਾਂ ਦਾ ਕੈਸਾ ਇਹਦੇ 'ਚ ਰਿਹਾ, ਤੇ ਇਹ ਬੁੱਕ ਕਿੱਥੇ ਸਾਨੂੰ ਪ੍ਰਾਪਤ ਹੋਏਗੀ, ਕਿਵੇਂ ਮਿਲੇਗੀ ਜੀ? ਇਹ ਬੁੱਕ ਕੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ, ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤੀ ਸੀ ਜੀ, ਔਰ ਬੜਾ ਅੱਛਾ ਸਾਨੂੰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਬੜੀ ਸ਼ਾਬਾਸ਼ ਦਿੱਤੀ ਔਰ ਇਸ ਕੰਮ ਨੂੰ ਸਲਾਹੁੰਦਿਆਂ ਉਹਨਾਂ ਨੇ ਕਿਹਾ ਕਿ ਥਰੂ ਆਊਟ ਵਰਲਡ ਓਵਰ ਹੁਣ ਵੈਸਟ ਵਰਲਡ ਵਿੱਚ ਵੀ ਗੁਰਮਤਿ ਸੰਗੀਤ, ਗੁਰੂ ਦੇ ਰਾਗ ਤੇ ਗੁਰੂ ਦੇ ਸਾਜ਼ ਜਿਹੜੇ ਨੇ ਉਹ ਪ੍ਰਕਾਸ਼ਿਤ ਹੋਣਗੇ, ਉਹ ਜਾਣਗੇ ਔਰ ਸਾਰੀ ਲੋਕੀ ਜਾਣ ਸਕਣਗੇ ਕਿ ਇਹ ਗੁਰੂ ਦੇ ਰਾਗ ਨੇ, ਗੁਰੂ ਦੇ ਸਾਜ਼ ਨੇ ਔਰ ਆ ਇਹਨਾਂ ਦਾ ਪ੍ਰਭਾਵ ਹੈ। ਤਾਂ ਆਪਣੇ ਆਪ ਉੱਥੇ ਇਹ ਵੀ ਗੱਲ ਚੱਲੀ ਕਿ ਸਾਰੀ ਦੁਨੀਆ ਦੇ ਵਿੱਚ ਮਿਊਜ਼ਿਕ ਥੈਰੇਪੀ ਹੈ, ਤਾਂ ਇਹ ਗੁਰਮਤਿ ਸੰਗੀਤ ਜਿਹੜਾ ਹੈ, ਸ਼ਬਦ ਕੀਰਤਨ ਥੈਰੇਪੀ ਜਾਂ ਸਿੱਖ ਮਿਊਜ਼ਿਕ ਥੈਰੇਪੀ, ਇਹ ਵਿਸ਼ਾ ਵੀ ਡਿਵੈਲਪ ਹੋਣਾ ਚਾਹੀਦਾ। ਅਸੀਂ ਤਾਂ ਪਹਿਲਾਂ ਹੀ ਇਸ 'ਤੇ ਕੰਮ ਕਰ ਰਹੇ ਹਾਂ ਔਰ ਹੋਰ ਵੀ ਸਾਰੇ ਸੱਜਣ ਇਸ 'ਤੇ ਕੰਮ ਕਰ ਰਹੇ ਨੇ ਔਰ ਹੋਣਾ ਚਾਹੀਦਾ ਕੰਮ। ਔਰ ਜੇ ਬਾਕੀ ਥੈਰੇਪੀ ਹੋ ਸਕਦੀ ਹੈ, ਇਹਨੂੰ ਕੀਰਤਨ ਤੋਂ ਵੱਡੀ ਤਾਂ ਕੋਈ ਥੈਰੇਪੀ ਹੈ ਹੀ ਨਹੀਂ। ਇਹ ਵੀ ਉਸ 'ਤੇ ਜੋ ਡਿਸਕਸ਼ਨ ਹੋਈਆਂ, ਤੇ ਉੱਥੇ ਸੰਤ ਕਰਮਜੀਤ ਸਿੰਘ ਯਮੁਨਾ ਨਗਰ ਵਾਲੇ ਉਹ ਆਏ ਔਰ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਇਸ ਦੇ ਪ੍ਰਭਾਵ ਦੀ ਗੱਲ ਕੀਤੀ। ਸੋ ਇੰਸਟਰੂਮੈਂਟਲ ਮਿਊਜ਼ਿਕ ਜਿਹੜਾ ਹੈ ਉਹ ਉਸ ਦਾ ਵਾਦਨ ਅਗਰ ਹੁੰਦਾ ਰਹੇ ਘਰ ਦੇ ਵਿੱਚ, ਤੇ ਉਹਦੇ ਨਾਲ ਵੀ ਸੁੱਖ ਸ਼ਾਂਤੀ ਔਰ ਸਾਨੂੰ ਜਿਹੜੇ ਅੱਛੀਆਂ ਵੇਵਸ ਮਿਲਦੀਆਂ ਨੇ ਔਰ ਇੱਕ ਕਿਸਮ ਦੀ ਜਿਹੜੀ ਥੈਰੇਪੀ ਹੈ ਉਹ ਇੱਕ ਸਾਇੰਸ ਦੇ ਰੂਪ ਦੇ ਵਿੱਚ ਸਾਡੇ 'ਤੇ ਅਸਰ ਕਰਦੀ ਹੈ ਔਰ ਮੈਡੀਕਲੀ ਵੀ ਇਹਦਾ ਪ੍ਰੂਵ ਹੋ ਚੁੱਕਾ ਹੈ। ਔਰ ਫਿਰ ਇਹਦੇ ਨਾਲ ਅਗਰ ਬਾਅਦ ਵਿੱਚ ਅਸੀਂ ਇਹ ਵੀ ਗੱਲ ਚੱਲੀ ਕਿ ਇਹ ਹੁਣ ਇਸ ਦਾ ਜਿਹੜੀ ਡਿਊਰੇਸ਼ਨ ਹੈ ਉਹ 35 ਮਿੰਟਸ ਹੈ। ਤਾਂ ਸਾਨੂੰ ਬੜਾ ਉਤਸ਼ਾਹ ਮਿਲਿਆ ਜਦੋਂ ਉਹਨਾਂ ਨੇ ਕਿਹਾ ਕਿ ਇਹਦੀ ਡਿਊਰੇਸ਼ਨ ਥੋੜ੍ਹੀ ਵਧਾ ਦਿਓ। ਅਸੀਂ ਵਧਾ ਰਹੇ ਹਾਂ ਔਰ ਅਸੀਂ ਇਸ ਨੂੰ ਹੁਣ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਇੱਕ ਨਵੇਂ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਜਿੱਥੋਂ ਤੱਕ ਗੱਲ ਇਸ ਦੇ ਅਧਿਐਨ ਦੀ ਹੈ, ਇਹਨੂੰ ਪੜ੍ਹਨ ਦੀ ਹੈ, ਉਹ ਤਾਂ ਹੈ ਕਿ ਬਾਕੀ ਤੇ ਪੁਸਤਕ ਵਿੱਚ ਸਭ ਕੁਝ ਨਜ਼ਰ ਆਉਂਦਾ, ਪਰ ਅਗਰ ਇਹਦਾ ਤੁਸੀਂ ਵਾਦਨ ਸਿੱਖਣਾ ਜਾਂ ਸਿਖਾਉਣਾ ਤੇ ਉਹ QR ਕੋਡ 'ਤੇ ਜਾ ਕੇ ਤੁਸੀਂ QR ਕੋਡ ਫਿਰ ਬੁੱਕ ਖਰੀਦਣੀ ਪਏਗੀ। ਨਹੀਂ, ਬੁੱਕ ਜਿਹੜੀ ਹੈ, ਬੁੱਕ ਫਿਲਹਾਲ ਤਾਂ ਹੈ ਕਿ ਸਾਡੇ ਕੋਲ ਅਸੀਂ ਜਿੰਨੀ ਕਿ ਦੀ
ਪ੍ਰਕਾਸ਼ਨ ਇੱਥੇ ਕਰਵਾਈ ਹੈ। ਜੀ। ਉਹ ਯੂਨੀਕ ਮਿਊਜ਼ਿਕ ਸਟਾਕਟਨ ਦੇ ਵਿੱਚ ਸੰਸਥਾ ਹੈ, ਜੀ। ਉਸ ਵੱਲੋਂ ਇਹ ਪ੍ਰਕਾਸ਼ਿਤ ਕਰਵਾਈ ਹੈ। ਬਾਕੀ ਮੇਰੇ ਨਾਲ ਕੰਟੈਕਟ ਕਰਕੇ ਲੀਨਾ ਸਿੰਘ ਉਹਨਾਂ ਨਾਲ ਕੰਟੈਕਟ ਕਰਕੇ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਜਾ ਸਕਦੀ ਹੈ। ਔਰ ਇੱਥੇ ਵੀ ਅਸੀਂ ਇਹਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ, ਫਿਲਹਾਲ ਤਾਂ ਇਹਦੀ ਸਾਰੀ ਡਿਸਟ੍ਰੀਬਿਊਸ਼ਨ ਬਾਹਰ ਹੀ ਹੋਣੀ ਹੈ। ਜੀ ਜੀ। ਤਾਂ ਇੱਥੇ ਵੀ ਅਗਰ ਕੋਈ ਚਾਹੁੰਦਾ ਹੋਏਗਾ ਤਾਂ ਅਸੀਂ ਉਹਨਾਂ ਨੂੰ ਮੁਹੱਈਆ ਕਰਾਵਾਂਗੇ। ਔਰ ਸਾਡੀ ਭਾਵਨਾ ਇਹ ਹੈ ਕਿ ਇਹ ਪੁਸਤਕ ਕਿਸੇ ਕਮਰਸ਼ੀਅਲ ਪਰਪਸ ਲਈ ਜਾਂ ਸੇਲ ਪਰਚੇਜ਼ ਦੇ ਉਸ ਦੇ ਮੰਤਰ ਨਾਲ ਨਹੀਂ ਕੀਤੀ। ਅਸੀਂ ਚਾਹੁੰਦੇ ਹਾਂ ਕਿ ਹਰ ਟੇਬਲ ਉੱਤੇ, ਹਰ ਘਰ ਦੇ ਵਿੱਚ ਇਹ ਪੁਸਤਕ ਜਿਹੜੀ ਹੈ ਜਾਵੇ ਜੀ। ਔਰ ਕੋਈ ਇਸ ਨੂੰ ਸਿੱਖੇ ਜਾਂ ਨਾ ਸਿੱਖੇ, ਘੱਟੋ ਘੱਟ ਇਸ ਨੂੰ ਵੇਖੇ ਜ਼ਰੂਰ ਕਿ ਆਹ ਸਾਡੇ ਸਾਜ਼ ਨੇ, ਆਹ ਸਾਡੇ ਗੁਰੂ ਨੇ ਸਾਨੂੰ ਰਾਗ ਬਖਸ਼ੇ ਨੇ। ਔਰ ਉਮੀਦ ਹੈ ਕਿ ਉਹਦੇ ਨਾਲ ਫਿਰ ਉਸ ਘਰ ਦੇ ਵਿੱਚ ਵੀ ਗੁਰਮਤਿ ਸੰਗੀਤ ਦੀ ਜਿਹੜੀ ਜੋਤ ਹੈ ਪ੍ਰਜਵਲਿਤ ਹੋਏਗੀ। ਔਰ ਕੋਈ ਨਾ ਕੋਈ ਵਿਦਿਆਰਥੀ, ਕੋਈ ਨਾ ਕੋਈ ਸਾਡਾ ਆਉਣ ਵਾਲਾ ਬੱਚਾ ਜੀ। ਜ਼ਰੂਰ ਉਸ ਘਰ ਵਿੱਚ ਗਾਏਗਾ ਔਰ ਉਸ ਘਰ 'ਚ 31 ਰਾਗ ਜਾਣਗੇ, ਜੀ। ਉਸ ਘਰ 'ਚ ਗੁਰੂ ਦੇ ਸਾਜ਼ ਜਾਣਗੇ। ਸੋ ਇਸ ਭਾਵਨਾ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਸ ਨੂੰ ਅਸੀਂ ਹੋਰ ਪ੍ਰਕਾਸ਼ਨਾਂ ਕਰਵਾ ਕੇ ਹਰ ਸਿੱਖ ਘਰ ਵਿੱਚ, ਹਰ ਪੰਜਾਬੀਆਂ ਦੇ ਘਰ ਵਿੱਚ ਅਸੀਂ ਇਸ ਕਿਤਾਬ ਨੂੰ ਪਹੁੰਚਾ ਸਕੀਏ। ਸਰ, ਇਹ ਸਨ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਨੇ ਰਾਗਨਾਥ ਪੁਸਤਕ ਜਿਹੜੀ ਹੈ ਕੱਲ੍ਹ ਹੀ ਰਿਲੀਜ਼ ਕਰਵਾਈ ਹੈ। ਜਿਹੜੀ ਰਿਲੀਜ਼ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਖੁਦ ਇਹ ਪੁਸਤਕ ਨੂੰ ਰਿਲੀਜ਼ ਕੀਤਾ। ਜਿੱਥੇ ਰਿਲੀਜ਼ ਕੀਤਾ ਉੱਥੇ ਉਹਨਾਂ ਨੇ ਇਸ ਪੁਸਤਕ ਦੇ ਬਾਰੇ ਵਿਸਥਾਰ ਨਾਲ ਜਿਹੜਾ ਹੈਗਾ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ। ਜਿਹੜੀ ਟੀਮ ਸੀ ਉਹ ਡਾਕਟਰ ਸਾਹਿਬ ਨੂੰ, ਇਹ ਇੱਕ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੇ ਪਿਛਲੇ ਸਮੇਂ ਇੱਕ ਬਿਆਨ ਵੀ ਦਿੱਤਾ ਸੀ ਵੀ ਤੰਤੀ ਸਾਜ਼ਾਂ ਨੂੰ ਜਿਹੜਾ ਰਿਵਾਈਵ ਕਰਨਾ ਚਾਹੀਦਾ, ਦਰਬਾਰ ਸਾਹਿਬ ਜਿਹੜਾ ਹੈ ਉਹ ਕੀਰਤਨ ਤੰਤੀ ਸਾਜ਼ਾਂ ਨਾਲ ਹੋਣਾ ਚਾਹੀਦਾ। ਤਾਂ ਉਸ ਸੰਦਰਭ ਦੇ ਵਿੱਚ ਇੱਕ ਵਿਸ਼ੇਸ਼ ਕਦਮ ਵੀ ਹੈ ਤੇ ਜਿਹੜਾ ਡਾਕਟਰ ਗੁਰਨਾਮ ਸਿੰਘ ਜੀ ਦੇ ਉਪਰਾਲੇ ਸਦਕਾ ਜਿਹੜਾ ਹੋਇਆ ਹੈ। ਤਾਂ ਇਹ ਕਿਤਾਬ ਕਿਵੇਂ ਪ੍ਰਾਪਤ ਹੋਵੇਗੀ, ਅਸੀਂ ਇਹ ਡਿਟੇਲ ਤੁਹਾਨੂੰ ਸਕਰੀਨ ਤੇ ਜਾਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ, ਤਾਂ ਤੁਸੀਂ ਉੱਥੋਂ ਇਹ ਕਿਤਾਬ ਜਿਹੜੀ ਹੈ ਪ੍ਰਾਪਤ ਵੀ ਕਰ ਸਕਦੇ ਹੋ। ਤਾਂ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਵਿਜ਼ਨ 1469 ਨਾਲ। ਹੁਣ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।